ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਜੀਵਨ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ। ਅੱਜ ਅਸੀਂ ਉਹਨਾਂ ਦੀ ਸਾਖੀ ਦਿੱਲੀ ਜਾਣ ਸੰਬੰਧੀ ਵਿਚਾਰ ਤੇ ਔਕੜਾਂ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਸਰਦਾਰ ਸੰਪੂਰਨ ਸਿੰਘ ਜੀ ਅਨੁਸਾਰ ਸਨ 1938 ਜੂਨ ਵਿੱਚ ਝੋੜਾਂ ਤੋਂ ਆਸਣ ਚੁੱਕਣ ਦਾ ਫੁਰਨਾ ਹੋਇਆ ਤਾਂ ਸਾਰਿਆਂ ਪਾਸਿਆਂ ਦੀ ਸੰਗਤ ਆਪੋ ਆਪਣੇ ਪਾਸੇ ਵਿੱਚ ਬਾਬਾ ਜੀ ਦੇ ਚਰਨ ਪਵਾਉਣ ਦੀ ਚਾਹਵਾਨ ਸੀ। ਮੈਂ ਵੀ ਉੱਥੇ ਮੌਜੂਦ ਸਾਂ। ਸੁਭਾਵਕ ਤੌਰ ਤੇ ਬੇਨਤੀ ਕੀਤੀ ਕਿ ਦਿੱਲੀ ਦੀ ਵੀ ਪਰਚੀ ਪਾਈ ਜਾਵੇ। ਬਾਬਾ ਜੀ ਮੇਰੇ ਵੱਲ ਝਾਕ ਕੇ ਰੜੇ ਖਿੱਦੂ ਪਿਆ ਹੋਵੇ ਤਾਂ ਹਰੇਕ ਦਾ ਦਿਲ ਕਰ ਪੈਂਦਾ ਹੈ ਟੁੱਲਾ ਮਾਰਨ ਨੂੰ। ਬਾਬਾ ਜੀ ਦੀ ਇਹ ਰੁਚੀ ਵੇਖ ਮੈਂ ਅਗਾਂਹ ਗੱਲ ਨਾ ਚਲਾਈ ਤੇ ਆਗਿਆ ਲੈ ਦਿੱਲੀ ਚਲਾ ਗਿਆ ਤੇ ਨਿਕਲੀ ਪਰਚੀ ਅਨੁਸਾਰ ਇਸ ਪਿੱਛੋਂ ਬਾਬਾ ਜੀ ਵੀ ਕਲੇਰਾਂ ਠਾਠ ਵਿੱਚ ਹੀ ਆ ਗਏ। ਦਿੱਲੀ ਪਧਾਰਨ ਤੇ ਬਾਬਾ ਜੀ ਦੇ ਪ੍ਰਚਾਰਕ ਜੀਵਨ ਵਿੱਚ ਇੱਕ ਨਵਾਂ ਕਾਂਡ ਆਰੰਭ ਹੋਣਾ ਸੀ। ਦਿੱਲੀ ਭਾਰਤ ਦੇਸ਼ ਦਾ ਪ੍ਰਧਾਨ ਸ਼ਹਿਰ ਸੀ ਤੇ ਇੱਥੇ ਜਿਵੇਂ ਕਿ ਸਭ ਪਾਠਕ ਜਾਣਦੇ ਹਨ, ਸਿੱਖ ਜਾਂ ਸਹਿਜਧਾਰੀਆਂ ਤੋਂ ਛੁੱਟ ਹੋਰ ਧਰਮਾਂ ਸੰਪਰਦਾਵਾਂ ਤੇ ਵਿਚਾਰਾਂ ਵਾਲੇ ਪੜ੍ਹੇ ਲਿਖੇ ਅਮੀਰ ਉੱਚ ਸਰਕਾਰੀ ਕਰਮਚਾਰੀ ਰਹਿੰਦੇ ਸਨ। ਕਿਉਂਕਿ ਬਾਬਾ ਜੀ ਨੂੰ ਦਿੱਲੀ ਚਰਨ ਪਾਉਣ ਦੀ ਚਾਹ ਜ਼ਾਹਰਾ ਤੌਰ ਤੇ ਤਾਂ ਸਰਦਾਰ ਸੰਪੂਰਨ ਸਿੰਘ ਹੋਰਾਂ ਵੱਲੋਂ ਹੀ ਪ੍ਰਗਟ ਹੋਈ ਸੀ। ਇਸ ਲਈ ਉਹਨਾਂ ਦੀ ਦੱਸੀ ਹੋਈ ਇੱਕ ਸੰਬੰਧਤ ਵਾਰਤਾ ਦਾ ਸਾਰ ਰੂਪ ਲਿਖਦਿਆਂ ਇਤਨਾ ਦੱਸਣਾ ਕਾਫੀ ਹੈ ਕਿ ਇੱਕ ਦਿਨ ਜਦ ਸ਼ਾਮ ਦੇ ਦੀਵਾਨਵੀ ਵਿੱਚ ਬਾਬਾ ਜੀ ਇਹਨਾਂ ਦੇ ਲੇਖੇ ਪਾੜਨ ਦਾ ਜ਼ਿਕਰ ਕਰ ਰਹੇ ਸਨ ਤਾਂ ਝੱਟ ਹੀ ਸੰਗਤ ਵਿੱਚੋਂ ਇੱਕ ਆਦਮੀ ਉੱਠ ਕੇ ਕਹਿਣ ਲੱਗਾ, ਜੀ ਮੇਰੀ ਇੱਕ ਸ਼ੰਕਾ ਹੈ। ਬਾਬਾ ਜੀ ਨੇ ਬੜੇ ਰੋਬ ਵਿੱਚ ਉਸ ਨੂੰ ਕਿਹਾ, ਮੈਂ ਜਾਣਦਾ ਹਾਂ ਤੂੰ ਕਲਯੁਗ ਹੈ, ਵਿਘਨ ਪਾਉਣ ਆਇਆ ਹੈ। ਆਪਣੇ ਮਜ਼ਮੂਨ ਨੂੰ ਛੇਤੀ ਛੇਤੀ ਬੰਦ ਕਰਕੇ ਬਾਬਾ ਜੀ ਸੰਗਤ ਵਿੱਚੋਂ ਉੱਠ ਕੇ ਅੰਦਰ ਆਏ। ਅੱਗੋਂ ਬਾਬਾ ਵਧਾਵਾ ਸਿੰਘ ਜੀ ਲਹਿਰੇ ਵਾਲੇ ਬੈਠੇ ਹੋਏ ਸਨ। ਭਾਈ ਸੰਤਾ ਸਿੰਘ ਰਾਗੀ ਨੂੰ ਬਾਬਾ ਜੀ ਨੇ ਫਰਮਾਇਆ, ਛੇਤੀ ਇੱਕ ਕਾਗਜ਼ ਤੇ ਲਿਖ ਕੇ ਲਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹ ਝੱਟ ਲਿਖ ਲਿਆਇਆ, ਧਰਮ ਗਏ ਅਬ ਕਹਾਂ ਕਰੇਗੇ ਜੇ ਫਾਟਿਆ ਸਗਲ ਲੇਖਾ। ਇਸ ਪਰ ਬਾਬਾ ਜੀ ਬੜੇ ਵੀਰ ਰਸ ਵਿੱਚ ਬੋਲੇ, ਦੇਖੋ ਕਲਯੁਗ ਗਲਤ ਲਿਖਾ ਲਿਆਇਆ ਹੈ। ਅਤੇ ਫੇਰ ਕਿਹਾ, ਧਰਮ ਰਾਏ ਜਨ ਨਾਨਕ ਲੇਖਾ ਸਮਝਾ ਲਿਖ ਕੇ ਲਿਆ। ਭਾਈ ਸੰਤ ਸਿੰਘ ਫੇਰ ਗਿਆ ਤੇ ਠੀਕ ਲਿਖ ਕੇ ਲਿਆਇਆ। ਬਾਬਾ ਵਧਾਵਾ ਸਿੰਘ ਜੀ ਨੂੰ ਆਪਣੇ ਆਸਣ ਤੇ ਬਿਠਾ ਕੇ ਬਾਬਾ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਲੇਖੇ ਪਾੜ ਦਿਓ। ਫਿਰ ਅਗਾਂਹ ਕਾਗਜ਼ ਕਰਕੇ ਬੇਨਤੀ ਕੀਤੀ ਕਿ ਐਸੇ ਤਰ੍ਹਾਂ ਪਾੜਨ ਦਾ ਢੰਗ ਦੱਸਦੇ ਹੋਏ ਇਸ ਨੂੰ ਪਾੜ ਦਿਓ। ਬਾਬਾ ਵਧਾਵਾ ਸਿੰਘ ਜੀ ਨੇ ਉਸੇ ਤਰ੍ਹਾਂ ਹੀ ਲਿਖਤ ਨੂੰ ਪਾੜ ਦਿੱਤਾ ਤੇ ਉਸ ਬੈਠੇ ਤੇ ਨਾਲ ਹੀ ਬਾਬਾ ਜੀ ਨੇ ਫਰਮਾਇਆ, ਹੁਣ ਤੁਹਾਡੀ ਉਮਰ 57 ਸਾਲ ਦੀ ਹੋ ਗਈ ਹੈ ਤੇ ਹੁਣ ਬਾਹਰ ਨਾ ਜਾਇਆ ਕਰੋ, ਇੱਥੇ ਹੀ ਰਿਹਾ ਕਰੋ। ਇਤਨਾ ਕਹਿ ਬਾਬਾ ਵਧਾਵਾ ਜੀ ਉੱਠ ਤੁਰੇ। ਇਸ ਪਰ ਝੱਟ ਬਾਬਾ ਜੀ ਨੇ ਇਹ ਕਹਿ ਕੇ ਕਿ ਕਲਯੁਗ ਸਾਨੂੰ ਆਪਣੇ ਵੱਲੋਂ ਕੈਦ ਕਰਵਾ ਗਿਆ ਹੈ, ਸਰਦਾਰ ਹਰਚੰਦ ਸਿੰਘ ਜੀ ਪਟਿਆਲੇ ਵਾਲੇ ਨੂੰ ਕਿਹਾ ਕਰੋ, ਜਾ ਕੇ ਬਾਬਾ ਵਧਾਵਾ ਸਿੰਘ ਜੀ ਨੂੰ ਵਾਪਸ ਬੁਲਾ ਲਿਆ ਤਾਂ ਉਹਨਾਂ ਕੋਲੋਂ ਸੁਤੰਤਰਤਾ ਦਾ ਦਾਨ ਲੈ ਲਈਏ। ਸਰਦਾਰ ਹਰਚੰਦ ਸਿੰਘ ਜੀ ਗਏ ਤੇ ਲਹਿਰੇ ਵਾਲਿਆਂ ਨੂੰ ਨਾਲ ਵਾਪਸ ਲੈ ਆਏ। ਬਾਬਾ ਜੀ ਨੇ ਫੇਰ ਬਾਬਾ ਵਧਾਵਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਸੰਗਤਾਂ ਦੇ ਉਦਾਰ ਦੀ ਖਾਤਰ ਕਈ ਵਾਰੀ ਬਾਹਰ ਜਾਣਾ ਜ਼ਰੂਰੀ ਹੋ ਜਾਂਦਾ ਹੈ, ਸਾਨੂੰ ਸੁਤੰਤਰਤਾ ਬਖਸ਼ ਜਾਓ ਤੇ ਬਾਹਰ ਜਾਣ ਦੀ ਮਨਾਹੀ ਵਾਲਾ ਹੁਕਮ ਵਾਪਸ ਲੈ ਲਵੋ। ਇਸ ਪਰ ਬਾਬਾ ਵਧਾਵਾ ਸਿੰਘ ਨੇ ਫਰਮਾਇਆ ਕਿ ਗੁਰੂ ਸਾਹਿਬ ਵੱਲੋਂ ਹਰ ਤਰ੍ਹਾਂ ਹੀ ਬਖਸ਼ਿਸ਼ ਹੈ, ਜਿੱਥੇ ਸੇਵਕਾਂ ਦੀ ਰੱਖਿਆ ਲਈ ਜਾਣਾ ਹੋਵੇ ਬੇਸ਼ੱਕ ਜਾਓ। ਬਾਬਾ ਜੀ ਨੇ ਧੰਨਵਾਦ ਕੀਤਾ ਤੇ ਬਾਬਾ ਵਧਾਵਾ ਸਿੰਘ ਜੀ ਦੇ ਜਾਣ ਪਿੱਛੋਂ ਬਾਬਾ ਜੀ ਨੇ ਫਰਮਾਇਆ ਕਿ ਕਲਯੁਗ ਬੜੇ ਵੱਲ ਫਰੇਬ ਕਰਕੇ ਆਪਣਾ ਜਾਲ ਫੈਲਾਈ ਰੱਖਦਾ ਹੈ,
ਹੁਣ ਕਲਯੁਗ ਕੁਛ ਨਹੀਂ ਕਰ ਸਕਦਾ। ਅਗਲੀ ਕਿਸੇ ਪੂਰਨਮਾਸ਼ੀ ਦੇ ਪਿੱਛੋਂ ਬਾਬਾ ਜੀ ਨੇ ਦਿੱਲੀ ਜਾਣ ਸੰਬੰਧੀ ਫਰਮਾਇਆ, ਲੈ ਅਸਾਂ ਦਿੱਲੀ ਜਾਣਾ ਸੀ, ਤੂੰ ਹਾਂ ਹੀ ਨਹੀਂ ਕੀਤੀ। ਇਸ ਤਰ੍ਹਾਂ ਉਤਸ਼ਾਹ ਮਿਲਣ ਤੇ ਮੈਂ ਨਿਮਰਤਾ ਨਾਲ ਬੇਨਤੀ ਕੀਤੀ, ਦਿਲ ਤਾਂ ਬੜਾ ਕਰਦਾ ਹੈ ਕਿ ਆਪ ਦਿੱਲੀ ਚਰਨ ਪਾਓ ਤੇ ਅਸੀਂ ਹਜੂਰ ਦੀ ਸੇਵਾ ਕਰੀਏ, ਪਰ ਆਪਣੇ ਹਾਲਤ ਨੂੰ ਵੇਖ ਕੇ ਬੇਨਤੀ ਕਰਨ ਦਾ ਹੌਸਲਾ ਨਹੀਂ ਪੈਂਦਾ। ਬਾਬਾ ਜੀ ਹੱਸ ਕੇ, ਸਾਡਾ ਖਰਚਾ ਤਾਂ ਨਿਰੰਕਾਰ ਨੇ ਕਰਨਾ ਹੈ ਤੇ ਇਸ ਗੱਲ ਦੀ ਫਿਕਰ ਕਰਨ ਦੀ ਤਾਂ ਕੋਈ ਲੋੜ ਨਹੀਂ। ਮੈਂ, ਚੰਗਾ ਫਿਰ ਕਿਰਪਾ ਕਰੋ ਤਾਂ ਚਰਨ ਪਾਓ। ਉਸ ਵੇਲੇ ਤਾਂ ਅੱਗੋਂ ਉੱਤਰ ਕੁਝ ਨਾ ਦਿੱਤਾ, ਪਰ ਜਦ ਮੈਂ ਦਿੱਲੀ ਨੂੰ ਜਾਣ ਲਈ ਆਗਿਆ ਮੰਗੀ ਤਾਂ ਫਰਮਾਨ ਲੱਗੇ, ਇੱਕ ਪਾਸੇ ਤਾਂ ਸਾਨੂੰ ਦਿੱਲੀ ਲੈ ਜਾਣਾ ਚਾਹੁੰਦਾ ਹੈ ਤੇ ਹੁਣੇ ਆਪ ਤੁਰਨ ਨੂੰ ਤਿਆਰ ਹੁੰਦਾ ਹੈ, ਫਿਰ ਵੀ ਅੱਗੋਂ ਨਾ ਤਾਂ ਹਾਂ ਕਰਨ ਤੇ ਨਾ ਹੀ ਜਾਣ ਦੀ ਆਗਿਆ ਬਖਸ਼ਣ। ਇਸ ਤਰ੍ਹਾਂ ਕਰਦੇ ਕੁਝ ਦਿਨ ਹੋਰ ਲੰਘ ਗਏ। ਜਦ ਫਿਰ ਗੱਲ ਚਲਾਈ ਤਾਂ ਫਰਮਾਨ ਲੱਗੇ, ਬੇਨਤੀ ਤੂੰ ਜ਼ਰੂਰ ਕੀਤੀ ਹੈ, ਪਰ ਅਸੀਂ ਹਾਲੀ ਗੁਰੂ ਸਾਹਿਬ ਅੱਗੇ ਤੇਰੀ ਬੇਨਤੀ ਭੁਗਤਾ ਨਹੀਂ ਸਕੇ। ਚੰਗਾ, ਅਸੀਂ ਬੇਨਤੀ ਕਰ ਦਿੰਦੇ ਹਾਂ, ਤਾਂ ਜੋ ਗੁਰੂ ਸਾਹਿਬ ਇਹ ਨਾ ਕਹਿਣ ਕਿ ਇਸ ਦੀ ਬੇਨਤੀ ਕੀਤੀ ਹੀ ਨਹੀਂ ਗਈ। ਪਰ ਇਹ ਤੈਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਜਾਣ ਦੀ ਸਾਨੂੰ ਆਗਿਆ ਨਹੀਂ ਮਿਲਣੀ। ਦਿੱਲੀ ਜਾ ਕੇ ਅੱਗੇ ਗੁਰੂ ਸਾਹਿਬ ਨੇ ਵੀ ਕਿਹੜੇ ਸੁੱਖ ਪਾਏ ਸਨ। ਚੰਗਾ, ਚਲੋ ਹੁਕਮ ਲੈ ਲਈਏ। ਇਸ ਪਰ ਹੁਕਮ ਲਿਆ ਤੇ ਪ੍ਰਸੰਨਤਾ ਭਰਿਆ ਹੁਕਮ ਦਿੱਲੀ ਜਾਣ ਦਾ ਆ ਗਿਆ। ਸੋ ਅਗਲੇ ਦਿਨ ਗੱਡੀ ਚੜ੍ਹ ਕੇ ਦਿੱਲੀ ਪਹੁੰਚ ਗਏ। ਦਿੱਲੀ ਵਿੱਚ ਭਾਦਰੋਂ ਦਾ ਮਹੀਨਾ ਭਾਈ ਸੰਤਾ ਸਿੰਘ, ਭਾਈ ਮੇਵਾ ਸਿੰਘ, ਗਿਆਨੀ ਕਰਤਾਰ ਸਿੰਘ ਰਾਗੀ, ਭਾਈ ਸੰਤਾ ਸਿੰਘ ਸੂਕਾ ਹਜੂਰੀਆ ਲੈ ਕੇ ਅਸੀਂ ਰਾਤ ਦੇ 11 ਵਜੇ ਕਰੋਲ ਬਾਗ ਪੁੱਜੇ। ਬੜਾ ਮੀਂਹ ਪੈ ਰਿਹਾ ਸੀ। ਕੋਲ ਸਾਡੇ ਕੇਵਲ ਲਾਇਕ ਛਤਰੀ ਸੀ। ਮੈਂ ਅਣਜਾਣ ਸਾਂ, ਸੋਚਾਂ ਕੀ ਕਹੀਏ। ਮੇਰਾ ਖਿਆਲ ਸੀ ਕਿ ਗੁਰਦੁਆਰੇ ਲੈ ਜਾਵਾਂ, ਪਰ ਬਾਬਾ ਜੀ ਫਰਮਾਨ ਲੱਗੇ, ਭਾਈ ਅਸਾਂ ਤੇ ਬਾਹਰ ਹੀ ਰਹਿਣਾ ਹੈ, ਕੋਈ ਕਬਰਸਤਾਨ ਨੇੜੇ ਨਹੀਂ ਹੈ। ਲਾਗੇ ਹੀ ਕਰੋਲ ਬਾਗ ਵਾਲਾ ਕਬਰਸਤਾਨ ਨਿਕਲ ਪਿਆ। 12 ਵਜੇ ਪਿੱਛੋਂ ਝੱਟ ਹੀ ਇਸ਼ਨਾਨ ਦਾ ਵਕਤ ਹੋ ਗਿਆ, ਸੋ ਇਸ਼ਨਾਨ ਕਰ ਮੋਟਰ ਵਿੱਚ ਹੀ ਸਮਾਧੀ ਸਥਿਤ ਹੋ ਗਏ। ਸਵੇਰੇ ਖੂਨੀ ਨਾਲੇ ਵਾਲੇ, ਅੱਜ ਕੱਲ੍ਹ ਦਾ ਪੁਰਾਣਾ ਰਜਿੰਦਰ ਨਗਰ ਪਾਸੇ ਸੈਰ ਕਰਨ ਗਏ ਤੇ ਨਾਲੇ ਦੇ ਨੇੜੇ ਇੱਕ ਪੱਧਰੀ ਜਗ੍ਹਾ ਪਸੰਦ ਕੀਤਾ। ਇੱਥੇ ਅਸੀਂ ਤੰਬੂ ਲਵਾ ਦਿੱਤਾ। ਦਿਨੇ ਆਪੇ ਹੀ ਅਗਾਂਹ ਜਾ ਕੇ ਇੱਕ ਵੱਡਾ ਨਾਲਾ ਦੇਖ ਆਏ ਤੇ ਦਿਨੇ ਉੱਥੇ ਸੰਘਣੇ ਜੰਗਲ ਵਿੱਚ ਜਾਣ ਲੱਗੇ। ਲੰਗਰ ਪਾਣੀ ਉੱਥੇ ਬਣਾਉਣ ਦਾ ਹੁਕਮ ਨਹੀਂ ਸੀ। ਪਾਣੀ ਦਾ ਕੋਈ ਬੰਦੋਬਸਤ ਵੀ ਨਹੀਂ ਸੀ। ਬੜੀ ਮੁਸ਼ਕਲ ਬਣੀ। ਸੋ ਜਿਹੜਾ ਕੋਈ ਦਰਸ਼ਨਾਂ ਨੂੰ ਜਾਵੇ ਉਹ ਪਾਣੀ ਦਾ ਪੀਪਾ ਚੁੱਕ ਲਿਜਾਵੇ। ਇਹ ਦਰਸ਼ਨਾਂ ਦਾ ਇੱਕ ਪਾਸ ਸੀ। 2 ਦਿਨਾਂ ਦੇ ਅੰਦਰ ਸਰਦਾਰ ਰਤਨ ਸਿੰਘ ਹੋਰੀ ਵੀ ਆ ਪੁੱਜੇ। ਉਹ ਥਾਂ ਵੇਖ ਕੇ ਬੜੇ ਹੈਰਾਨ ਹੋਏ। ਇੱਥੇ ਕੋਈ ਰਾਹ ਨਾ ਖਹਿੜਾ, ਲੋਕ ਕਿਵੇਂ ਆਉਣਗੇ? ਜਦ ਕੁਝ ਹੈਰਾਨ ਹੋ ਕੇ ਪੁੱਛਿਆ ਤਾਂ ਬਾਬਾ ਜੀ ਹੱਸ ਕੇ ਫਰਮਾਉਣ ਲੱਗੇ, ਸਾਨੂੰ ਕਿਹੜਾ ਇਕੱਠ ਚਾਹੀਦਾ ਹੈ। ਜਿਵੇਂ ਕੀੜੀ ਆਪੋ ਰੱਬ ਲੱਭ ਲੈਂਦੀ ਹੈ, ਇਵੇਂ ਜਗਿਆਸਾ ਵਾਲੇ ਪੁੱਜ ਜਾਣਗੇ। ਸੋ ਇਵੇਂ ਹੀ ਹੋਇਆ। ਸਵੇਰੇ ਤਾਂ ਵਿਸ਼ੇਸ਼ ਪ੍ਰੇਮੀ ਹੀ ਪੁੱਜਦੇ ਸਨ, ਪਰ ਸ਼ਾਮ ਨੂੰ ਬਹੁਤ ਆਉਣ ਲੱਗ ਪਏ। ਉਹਨਾਂ ਵਿੱਚੋਂ ਕਈ ਨੰਗੇ ਸਿਰਾਂ ਵਾਲੇ ਬੰਗਾਲੀ ਬਾਬੂ ਸਨ। ਉਹਨਾਂ ਨੂੰ ਨੰਗੇ ਸਿਰ ਆਉਣ ਤੋਂ ਖਾਸ ਤੌਰ 'ਤੇ ਰੋਕਿਆ ਤੇ ਫਰਮਾਇਆ, ਜਿਵੇਂ ਕਰਦੇ ਨੇ ਕਰਨ ਦਿਓ। ਫਿਰ ਉਹ ਆਪੇ ਹੀ ਸਿਰ ਢੱਕ ਕੇ ਆਉਣ ਲੱਗ ਪਏ। ਉਹਨਾਂ ਨੂੰ ਕੁਝ ਰਸ ਆਉਂਦਾ ਹੈ ਤਾਂ ਇੱਥੇ ਆਉਂਦੇ ਹਨ। ਅਸਾਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀਰਤਨ ਦੀ ਸਮਝ ਆਉਂਦੀ ਹੈ? ਜਦ ਬਾਬਾ ਜੀ ਬਾਣੀ ਕਰਦੇ ਹਨ, ਉਸ ਦੀ ਕੋਈ ਸਮਝ ਪੈਂਦੀ ਹੈ? ਅੱਗੋਂ ਉਹ ਕਹਿਣ ਲੱਗੇ ਕਿ ਹਮਕੋ ਇਹ ਸੰਗਤ ਦੇਖ ਕੇ ਖੁਸ਼ੀ ਹੋਤੀ ਹੈ। ਫਿਰ ਉਹਨਾਂ ਵਿੱਚੋਂ 2-3 ਪੁੱਛਣ ਲੱਗੇ, ਅਗਰ ਹਮ ਖਾਣਾ ਲਾਏ ਤਾਂ ਖਾ ਲੇਵੋਗੇ? ਅਸਾਂ ਬਾਬਾ ਜੀ ਅੱਗੇ ਜਾਂ ਬੇਨਤੀ ਕੀਤੀ ਤਾਂ ਫਰਮਾਨ ਲੱਗੇ, ਅਸੀਂ ਬਾਜ਼ਾਰ, ਦੁਕਾਨ ਜਾਂ ਹੋਟਲਾਂ ਤੋਂ ਨਹੀਂ ਖਾਂਦੇ। ਪ੍ਰੇਮੀ ਆਦਮੀ ਨੇ ਕੀ ਹਰਜ ਹੈ। ਸੋ ਅਗਲੇ ਦਿਨ ਉਹ ਬੜੀ ਚੋਖੀ ਰੋਟੀ ਬਣਾ ਲਿਆਏ ਤੇ ਨਾਲ ਧੜੀ ਕੁ ਬਦਾਮ ਤੇ 2 ਮਲਮਲ ਲੱਠੇ ਦੇ ਥਾਨ। ਜਦੋਂ ਉਹਨਾਂ ਤੋਂ ਪੁੱਛਿਆ ਕਿ ਇਤਨਾ ਕੁਝ ਕਿਉਂ, ਤਾਂ ਕਹਿਣ ਲੱਗੇ, ਇਹ ਜੋ ਬਾਣੀ ਬੋਲਤ ਹੈ, ਜ਼ੋਰ ਬਹੁਤ ਲਗਤ ਹੈ,
इसलिए बादाम चाहिए। जद पुछया कि कपड़े दे थाना दी की लोड़ सी तां कहन लगे, तुम कछहरे रखते हो, अगर चक्खड़ आ जाए और वो उड़ जाए तो तुम और बना सको। सदभावना दे ਇਹ उत्तर सुन बाबा जी बड़े प्रसन्न होए ते कहन लगे, वेखो किसे सिख नूं भी इन्हां गल्लां नहीं सुझीआं है ना ਇਹ भगती। इस समय आए बंगाली दर्शक विचों मुजमर्द बाबू दा हाल बड़ा विचित्र है। इसका कुछ जिक्र चौथे भाग विच भी है, पर उस समय दा अखी वेख्या ते विस्तार सहित लिखिया होया हाल इत्थे दिता जांदा है। यह डिपार्टमेंट ऑफ आर्कियोलॉजी विच सुपरीडेंट सी। कद दा मदरा, पर वैसे चंगा रिष्ट पुष्ट ते जानदा सी केवल बंगाली जां अंग्रेजी ही। यह 33 वरियां तो जोग अभ्यास कर रहा सी। जोग दियां सारियां मंजिलां तय कर चुका सी, पर उसकी कुंडलिनी नाड़ी सीधी नहीं सी हुंदी। इस करके उसकी त्रिकुटी नहीं सी खुली ते ना ही दसम दुआरे। ਉਹ ਹਿੰਦੁਸਤਾਨ ਦੇ 2 ਵੱਡੇ ਯੋਗ ਅਭਿਆਸੀਆਂ ਨੂੰ ਮਿਲ ਚੁੱਕਿਆ ਹੋਇਆ ਸੀ, ਪਰ ਹਾਲੀ ਤੱਕ ਠੀਕ ਤੌਰ ਤੇ ਕਿਸੇ ਨੇ ਵੀ ਉਸ ਦੀ ਸਹਾਇਤਾ ਨਹੀਂ ਸੀ ਕੀਤੀ। ਉਹ ਇਸ ਆਸ ਦੇ ਦਰਸ਼ਨਾਂ ਨੂੰ ਆਇਆ ਸੀ ਕਿ ਪਿਛਲੀ ਰਾਤ ਅਭਿਆਸ ਵਿੱਚ ਉਸ ਨੂੰ ਸਪਸ਼ਟ ਆਕਾਸ਼ਬਾਣੀ ਹੋਈ, ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਤੈਨੂੰ ਰਾਹ ਦੱਸਣ ਵਾਲਾ ਆ ਗਿਆ ਹੈ। ਉਸੇ ਦਿਨ ਸਵੇਰੇ ਰਾਏ ਬਹਾਦਰ ਨਾਰਾਇਣ ਦਾਸ ਤੋਂ ਉਸਨੂੰ ਮਹਾਂਪੁਰਖਾਂ ਦਾ ਪਤਾ ਲੱਗ ਗਿਆ। ਉਹ 8 ਵਜੇ ਸਵੇਰੇ ਹੀ ਆ ਪੁੱਜਾ ਤੇ ਦੁਪਹਿਰ ਪਿੱਛੋਂ 2 ਵਜੇ ਤੱਕ ਉੱਥੇ ਹੀ ਉਡੀਕਦਾ ਰਿਹਾ। ਇਤਨੀ ਸੀ ਉਸਦੀ ਸ਼ਰਧਾ। ਜਦ ਬੂੰਦਾਬਾਂਦੀ ਸ਼ੁਰੂ ਹੋਣ ਕਰਕੇ ਕੁਝ ਹੋਰ ਦਰਸ਼ਕ ਚਲੇ ਗਏ ਤਾਂ ਵੀ ਉਹ ਉੱਥੇ ਹੀ ਬੈਠਾ ਰਿਹਾ ਤੇ ਸ਼ਾਮ ਦੇ 4 ਵਜੇ ਜਾ ਕੇ ਉਸਨੂੰ ਬਾਬਾ ਜੀ ਵੱਲੋਂ ਸੱਦਾ ਆਇਆ। ਬਾਬਾ ਜੀ ਦੀਵਾਨ ਸਥਾਨ ਤੋਂ ਕੋਈ ਅੱਧਾ ਕੁ ਮੀਲ ਦੱਖਣ ਵੱਲ ਜਾ ਕੇ ਬਿਰਾਜਦੇ ਹੁੰਦੇ ਸਨ। ਉਸ ਦਿਨ ਜਦ ਦੀਵਾਨ ਸਥਾਨ ਵੱਲ ਪਧਾਰ ਰਹੇ ਸਨ ਤੇ ਸਰਦਾਰ ਹਰਚੰਦ ਸਿੰਘ, ਡਿਪਟੀ ਡਾਇਰੈਕਟਰ ਖੇਤੀਬਾੜੀ ਪਟਿਆਲਾ ਵੀ ਨਾਲ ਸਨ। ਬਾਬਾ ਜੀ ਜਿਸ ਸਥਾਨ ਤੋਂ ਹਾਲੀ 200 ਗਜ ਵਿੱਥ ਤੇ ਸਨ ਕਿ ਮਜੂਮਦਰ ਬਾਬੂ ਅਤੇ ਕੁਝ ਹੋਰ ਸੱਜਣ ਦਰਸ਼ਨਾਂ ਨੂੰ ਵਧੇ ਤੇ ਜਦ ਮੋੜ ਤੋਂ ਮੁੜ ਕੇ ਬਾਬਾ ਜੀ ਨਜ਼ਰ ਆਏ ਤਾਂ ਮਜੂਮਦਰ ਬਾਬੂ ਨੇ ਬੜੇ ਜੋਸ਼ ਨਾਲ ਬੰਗਲਾ ਬੋਲੀ ਵਿੱਚ ਨਾਹਰਾ ਮਾਰਿਆ ਤੇ ਦੌੜ ਕੇ ਬਾਬਾ ਜੀ ਚਰਨਾਂ ਉੱਤੇ ਨਾ ਕੇਵਲ ਟਹਿ ਪਿਆ, ਸਗੋਂ ਚਰਨਾਂ ਨਾਲ ਲਿਪਟ ਹੀ ਗਿਆ। ਇਹ ਸਮਾਂ ਇੱਕ ਅਜੀਬ ਦ੍ਰਿਸ਼ ਪੇਸ਼ ਕਰਦਾ ਰਿਹਾ। ਅਸਮਾਨ ਉੱਤੇ ਕਾਲੇ ਬੱਦਲ ਛਾਇਆ, ਉੱਤੋਂ ਬਾਬਾ ਜੀ ਦਾ ਚਿੱਟਾ ਪੁਸ਼ਾਕਾਂ ਇਵੇਂ ਲੱਗਣ ਜਿਵੇਂ ਕਿ ਰਾਜ ਹੰਸ ਹੁੰਦੇ ਹਨ। ਬਾਬਾ ਜੀ ਨੇ ਬੰਗਾਲੀ ਨੂੰ ਬਾਹੋਂ ਪਕੜ ਕੇ ਉਠਾਇਆ ਤੇ ਉਸਦੇ ਹੱਥਾਂ ਵੱਲ ਵੇਖ ਕੇ ਫਰਮਾਇਆ, ਅਸ਼ਕੋ ਓਏ, ਬੜੀ ਮਿਹਨਤ ਕੀਤੀ ਹੈ। ਕੀ ਚਾਹੁੰਦਾ ਹੈ? ਮਜੂਮਦਰ ਬਾਬੂ ਨੇ ਅੰਗਰੇਜ਼ੀ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ। ਜਦ ਸਰਦਾਰ ਹਰਚੰਦ ਸਿੰਘ ਨੇ ਪੰਜਾਬੀ ਵਿੱਚ ਉਲਥਾ ਕਰਕੇ ਦੱਸਣ ਦਾ ਯਤਨ ਕੀਤਾ ਤਾਂ ਬਾਬਾ ਜੀ ਨੇ ਹੱਥ ਦੇ ਇਸ਼ਾਰੇ ਨਾਲ ਰੋਕਦਿਆਂ ਫਰਮਾਇਆ, ਅਸੀਂ ਸਭ ਕੁਝ ਜਾਣਦੇ ਹਾਂ ਜੋ ਇਹ ਕਹਿ ਰਿਹਾ ਹੈ। ਉਹ ਆਪਣੀ ਕੁੰਡਲੀਨੀ ਦੀ ਵਿਥਿਆ ਦੱਸ ਰਿਹਾ ਸੀ ਤੇ ਬੇਨਤੀ ਕਰਦਾ ਸੀ ਕਿ ਮੈਨੂੰ ਸਿੱਧਾ ਰਾਹ ਵਿਖਾਓ। ਬਾਬਾ ਜੀ ਨੇ ਸਰਦਾਰ ਹਰਚੰਦ ਸਿੰਘ ਦੀ ਰਾਹੀਂ ਉਸ ਨੂੰ ਸਮਝਾਇਆ ਕਿ ਗੱਡੀ ਦੀਆਂ 2 ਲਾਈਨਾਂ ਵੱਖੋ ਵੱਖ ਰਾਹਾਂ ਤੇ ਕੋਨਿਆਂ ਵੱਲ ਜਾਂਦੀਆਂ ਹਨ, ਪਰ ਗੱਡੀ ਆਪਣੇ ਠੀਕ ਰਾਹ ਉੱਤੇ ਜਾਣ ਦੀ ਥਾਂ ਦੂਜੀ ਲਾਈਨ ਤੇ ਚੜ ਗਈ ਹੈ ਅਤੇ ਬਹੁਤ ਦੂਰ ਜਾ ਪੁੱਜੀ ਹੈ। ਉਹਨੂੰ ਵਾਪਸ ਲਿਆ ਕੇ ਸਿੱਧੇ ਰਾਹ ਤੇ ਪਾਣੀ ਪਵੇਗੀ। ਇਸ ਪਰ ਮਜੂਮਦਰ ਬਾਬੂ ਨੇ ਸਿਰ ਨਿਵਾ ਇਹ ਗੱਲ ਮੰਨੀ। ਜਦ ਬਾਬਾ ਜੀ ਨੇ ਉਸਨੂੰ ਹਫ਼ਤੇ ਪਿੱਛੋਂ ਆਉਣ ਲਈ ਕਿਹਾ ਤਾਂ ਉਸਨੇ ਬੇਨਤੀ ਕੀਤੀ, ਜਿਸ ਦਾ ਭਾਵ ਸੀ ਕਿ ਕੁਝ ਤਾਂ ਕਿਰਪਾ ਕਰੋ। ਬਾਬਾ ਜੀ, ਜਦ ਤੂੰ ਆਪਣਾ ਆਪ ਸਾਡੇ ਪ੍ਰਾਇਣ ਕਰ ਦਿੱਤਾ ਹੈ ਤਾਂ ਹੁਣ ਪਿੱਛੇ ਬੋਲਣ ਵਾਲਾ ਕੌਣ ਖੜਾ ਹੈ? ਇਤਨੇ ਬਚਨਾਂ ਨਾਲ ਹੀ ਉਹ ਝੱਟ ਸਮਝ ਗਿਆ ਤੇ ਉਸਨੇ ਆਪਣੀ ਭੁੱਲ ਮੰਨੀ, ਜਿਸ ਪਰ ਬਾਬਾ ਜੀ ਨੇ ਅਗਾਂਹ ਦੀਵਾਨ ਵੱਲ ਚਾਲੇ ਪਾ ਦਿੱਤੇ। ਹੋਰ ਦਰਸ਼ਕ ਤੇ ਸੰਗੀ ਇਸ ਕੌਤਕ ਨੂੰ ਵੇਖ ਕੇ ਬੜੇ ਹੈਰਾਨ ਸਨ। ਉਹਨਾਂ ਦੇ ਪੁੱਛਣ ਤੇ ਨਾਹਰਾ ਮਾਰਨ ਦਾ ਕੀ ਪ੍ਰਯੋਜਨ ਸੀ? ਮਜੂਮਦਰ ਨੇ ਜੋ ਦੱਸਿਆ ਉਸ ਦਾ ਭਾਵ ਸੀ
ਕਿ ਮੈਂ ਮਨ ਵਿੱਚ ਇਹ ਧਾਰ ਕੇ ਘਰੋਂ ਆਇਆ ਸੀ ਕਿ ਜੇਕਰ ਮਹਾਤਮਾ ਪੂਰਨ ਪੁਰਖ ਹੈ ਤਾਂ ਮੈਨੂੰ ਸਿੱਧਾ ਰਾਹ ਦਿਖਾਉਣ ਵਾਸਤੇ ਆਏ ਹਨ, ਤਾਂ ਮੈਨੂੰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਦੇਣ। ਸੋ ਜਿਸ ਵੇਲੇ ਉਹਨਾਂ ਦੇ ਦੂਰੋਂ ਦਰਸ਼ਨ ਕੀਤੇ ਤਾਂ ਉਹ ਠੀਕ ਮੇਰੇ ਇਸ਼ਟ ਦੇ ਰੂਪ ਵਿੱਚ ਆ ਰਹੇ ਸਨ, ਤੇ ਇਹ ਨਾਰਾ ਉਸਦੇ ਇਸ਼ਟ ਦਾ ਨਾਰਾ ਸੀ। ਇਸ ਘਟਨਾ ਤੋਂ ਅਤੇ ਬਾਬਾ ਜੀ ਦੇ ਜਾਹੋ ਜਲਾਲ ਨੇ ਕਈ ਸੰਕਾਵਾਦੀ ਸਿੱਖ ਦਰਸ਼ਕਾਂ ਦੇ ਵੀ ਬੜਾ ਪ੍ਰਭਾਵ ਪਾਇਆ। ਉਹਨਾਂ ਦਾ ਚਿੱਤ ਇਤਨਾ ਪ੍ਰਸੰਨ ਹੋਇਆ ਤੇ ਮਨ ਨੂੰ ਅਜਿਹਾ ਚਾਅ ਚੜਿਆ ਕਿ ਰੋਜ਼ ਦਰਸ਼ਨ ਕਰਨ ਦਾ ਨੇਮ ਬਣਾ ਲਿਆ। ਮਜੂਮਦਰ ਲਈ ਹਫ਼ਤਾ ਉਡੀਕਣਾ ਦੋਬਰ ਹੋ ਗਿਆ, ਸੋ ਉਹ ਦੂਜੇ ਦਿਨ ਦਰਸ਼ਨਾਂ ਨੂੰ ਨਿਕਲਿਆ। ਬਾਬਾ ਜੀ ਨੂੰ ਇਹ ਗੱਲ ਦੀ ਖਬਰ ਮਿਲਣ ਤੇ ਉਹਨਾਂ ਝੱਟ ਅੰਦਰ ਬੁਲਾ ਲਿਆ। ਵਾਪਸੀ ਤੇ ਉਸਨੇ ਦੱਸਿਆ ਕਿ ਜਿਹੜੇ ਮੰਤਰ ਦਾ ਜਾਪ ਉਹ 33 ਵਰ੍ਹਿਆਂ ਤੋਂ ਕਰ ਰਿਹਾ ਸੀ, ਰਾਤ ਨੂੰ ਅਭਿਆਸ ਵਿੱਚ ਬੈਠਣ ਸਮੇਂ ਉਸ ਨੂੰ ਉਹ ਮੰਤਰ ਹੀ ਭੁੱਲ ਗਿਆ ਅਤੇ ਉਸ ਦੀ ਥਾਂ ਕੀਰਤਨ ਦੀ ਧੁਨੀ ਨੇ ਮੱਲ ਲਈ। ਹਿਰਦੇ ਅਤੇ ਕੰਠ ਵਿੱਚ ਸਾਰੀ ਰਾਤ ਕੀਰਤਨ ਹੀ ਗੂੰਜਦਾ ਰਿਹਾ। ਉਪਰੰਤ 7ਵੇਂ ਦਿਨ ਉਸਨੇ ਦੱਸਿਆ ਕਿ ਬਾਬਾ ਜੀ ਦੀ ਬਖਸ਼ਣ ਦੁਆਰਾ ਉਸਨੇ ਕੁਝ ਪ੍ਰਾਪਤ ਕਰ ਲਿਆ ਹੈ, ਜੋ ਕਿ ਉਹ 3 ਜਨਮਾਂ ਵਿੱਚ ਪ੍ਰਾਪਤ ਨਹੀਂ ਸੀ ਕਰ ਸਕਿਆ। ਸਰਦਾਰ ਸੰਪੂਰਨ ਸਿੰਘ ਨੇ ਦੱਸਿਆ ਕਿ ਇਹਨੀ ਦਿਨੀ ਮਜੂਮਦਰ ਬਾਬੂ ਦੀ ਮਾਇਕ ਹਾਲਤ ਬਹੁਤ ਪਤਲੀ ਸੀ ਤੇ ਉਹ ਕਰਜ਼ੇ ਹੇਠਾਂ ਦੱਬਿਆ ਹੋਇਆ ਸੀ। ਉਸਨੇ ਆਪੋ ਆਪਣੀ ਇਹ ਵਿਥਿਆ ਵੀ ਬਾਬਾ ਜੀ ਦੇ ਪਾਸ NRI ਪਹੁੰਚਾਈ। ਬਾਬਾ ਜੀ ਨੇ ਪ੍ਰਸੰਨਤਾ ਪੂਰਵਕ ਬਚਨ ਦਾ ਹੀ ਸਿੱਟਾ ਹੋਇਆ ਕਿ ਉਸ ਦਾ ਆਰਥਿਕ ਕਸ਼ਟ ਵੀ ਦੂਰ ਹੋ ਗਿਆ ਤੇ ਫਿਰ ਉਹ ਇਹਨਾਂ ਨਾਲ ਕਲੇਰੀ ਬਾਬਾ ਜੀ ਦੇ ਦਰਸ਼ਨਾਂ ਨੂੰ ਗਿਆ। ਇਸ ਵਾਰੀ ਪਹਿਲੇ 15 ਕੁ ਦਿਨ ਤਾਂ ਬਾਬਾ ਜੀ ਨੇ ਆਪਣਾ ਟਿਕਾਣਾ ਇੱਕ ਨਾਮ ਮਾਤਰ ਬਾਗ ਦੇ ਨੇੜੇ ਇੱਕ ਛੋਟੇ ਜਿਹੇ ਮੈਦਾਨ ਵਿੱਚ ਕੀਤਾ, ਜਿੱਥੇ 2 ਛੋਟੇ ਜਿਹੇ ਤੰਬੂ ਲਾ ਦਿੱਤੇ ਗਏ। ਪਰ ਫੇਰ ਉੱਥੋਂ ਦੱਖਣ ਵੱਲ ਉਸ ਥਾਂ ਤੇ ਆ ਗਏ ਜਿਸ ਨੂੰ ਖੂਨੀ ਨਾਲਾ ਕਹਿੰਦੇ ਸਨ। ਨਾਲੇ 2 ਢਿਲਵਾਨ ਤੋਂ ਜੋ ਕਿ 30 ਫੁੱਟ ਡੂੰਘਾ ਸੀ। ਸਤਿਗੁਰਾਂ ਤੇ ਬਾਬਾ ਜੀ ਲਈ ਲੋਹੇ ਚਦਰਾਂ ਦੀਆਂ 2 ਕੋਠੜੀਆਂ ਬਣਾਈਆਂ ਤੇ ਉੱਚੀ ਪੱਧਰੀ ਥਾਂ ਤੇ ਕੀਰਤਨੀ ਜੱਥੇ ਤੇ ਹੋਰ ਸੰਗਤ ਵਾਸਤੇ ਤੰਬੂ ਲਗਾ ਦਿੱਤੇ ਗਏ। ਨਾਲੇ 2 ਥੜੇ ਨੂੰ ਕੀਰਤਨ ਲਈ ਚੁਣਿਆ। ਇੱਕ ਹੋਰ ਸੰਗਤ ਵਾਸਤੇ ਤੰਬੂ ਲਗਾ ਦਿੱਤੇ ਗਏ। ਨਾਲੇ ਦੇ ਥੜੇ ਨੂੰ ਕੀਰਤਨ ਲਈ ਚੁਣਿਆ। ਇੱਕ ਢਿਲਵਾਨ ਤੇ 10 ਕੁ ਪੌੜੀਆਂ ਬਣਾ ਦਿੱਤੀਆਂ, ਜਿਨ੍ਹਾਂ ਤੇ ਇਸਤਰੀਆਂ ਬੈਠ ਸਕਣ। ਕੀਰਤਨ ਦੇ ਸਥਾਨ ਵਿੱਚ ਬਾਬਾ ਜੀ ਨੇ ਸਖਤ ਮਿੱਟੀ ਨੂੰ ਛਿਲਵਾ ਕੇ ਇੱਕ ਕਮਰ ਕਮਾ ਗੁਫਾ ਵੀ ਬਣਵਾਈ, ਜੋ ਅੰਦਰ 10 ਬਾਏ 10 ਬਾਏ 8 ਫੁੱਟ ਦੀ ਸੀ। 24 ਕੁ ਦਿਨ ਬਾਬਾ ਜੀ ਇੱਥੇ ਠਹਿਰੇ। ਇਹਨਾਂ 40 ਦਿਨਾਂ ਅੰਦਰ ਕਈ ਹੋਰ ਵਿਅਕਤੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ, ਜਿਨ੍ਹਾਂ ਦਾ ਜ਼ਿਕਰ ਹੋਰ ਭਾਗਾਂ ਵਿੱਚ ਆਇਆ ਹੈ ਤੇ ਜਿਨ੍ਹਾਂ ਦੇ ਮਨੋਰਥ ਲਈ ਕਈ ਪ੍ਰਕਾਰ ਦੇ ਸਨ। ਉਦਾਹਰਨ ਦੇ ਤੌਰ ਤੇ ਰਾਏ ਬਹਾਦਰ, ਪੰਡਤ ਨਾਰਾਇਣ ਦਾਸ, ਸਰਗਵਾਸੀ ਰਾਏ ਬਹਾਦਰ, ਸਰਦਾਰ ਨਾਰਾਇਣ ਸਿੰਘ, ਮਲਿਕ ਤੇਜਾ ਸਿੰਘ, ਚੀਫ ਇੰਜੀਨੀਅਰ PWD, ਸਰਦਾਰ ਕੇਹਰ ਸਿੰਘ, ਸਰਦਾਰ ਬਲਵੰਤ ਸਿੰਘ ਪੁਰੀ, ਗਿਆਨੀ ਸਵਾਇਆ ਸਿੰਘ, ਸਰਦਾਰ ਹਰਬਲ ਸਿੰਘ ਟਾਇਰਾਂ ਵਾਲੀ, ਸਰਦਾਰ ਫਤਿਹ ਸਿੰਘ ਇੰਸਪੈਕਟਰ ਪੁਲਿਸ, ਪਿਤਾ ਸਰਦਾਰ ਦਲੀਪ ਸਿੰਘ ਇੰਜੀਨੀਅਰ, ਆਪਣੇ ਪੁੱਤਰ ਭਗਤ ਗੁਰਚਰਨ ਸਿੰਘ ਤੇ ਸਰਦਾਰ ਰਘਬੀਰ ਸਿੰਘ ਸਹਿਤ ਪੰਡਤ ਬਾਲਕਰਾਮ। ਇਸ ਸਮੇਂ ਵਿੱਚ ਛੋਟੀਆਂ-ਮੋਟੀਆਂ ਕਈ ਘਟਨਾਵਾਂ ਹੋਈਆਂ। ਇਸਤਰੀਆਂ ਦੇ ਸੰਬੰਧੀ 2 ਸਥਾਨਕ ਵਾਰਤਾਵਾਂ ਦੂਜੇ ਭਾਗ ਵਿੱਚ ਹਨ। ਆਪਣੇ ਦਸਤੂਰ ਅਨੁਸਾਰ ਬਾਬਾ ਜੀ ਨੇ ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ ਕੀਤੀ। ਬਾਬਾ ਜੀ ਦੀ ਮਰਿਆਦਾ ਤੇ ਰਹੁ-ਰੀਤੀ ਕੁਝ ਵਿਲੱਖਣ ਹੋਣ ਕਰਕੇ ਨਵੀਂ ਸੰਗਤ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਉੱਠਦੇ ਸਨ। ਸਰਦਾਰ ਰਤਨ ਸਿੰਘ ਜੀ ਦੇ ਕਥਨ ਅਨੁਸਾਰ ਇਹ ਸਨ ਬਾਬਤ ਸ਼ਬਦਾਂ ਦੀ ਧਾਰਨਾ, ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੀ ਵਰਤੋਂ, ਮਾਇਕ ਚੜਾਵੇ ਦੀ ਬੰਦਸ਼ ਆਦਿ। ਕੁਝ ਪੜ੍ਹੇ ਲਿਖੇ ਸੱਜਣਾਂ ਦੀ ਲਿਖਤੀ ਬੇਨਤੀ ਤੇ ਬਾਬਾ ਜੀ ਨੇ ਇੱਕ ਸਵੇਰ ਨੂੰ ਵਿਸ਼ੇਸ਼ ਸਮਾਂ ਦਿੱਤਾ, ਜਿਸ ਵਿੱਚ 34-40 ਸੰਕਾਵਾਦੀ ਸਨ ਤੇ ਇਸ ਤਰ੍ਹਾਂ ਉਹਨਾਂ ਦੇ ਸ਼ੰਕੇ ਨਿਵਰਤ ਕੀਤੇ। ਇਹਨਾਂ ਦੇ ਮੋਹਰੀ ਸਰਗਵਾਸੀ ਗਿਆਨੀ ਸਵਾਇਆ ਸਿੰਘ
ਵੱਡੇ ਭਰਾਤਾ ਸਰਦਾਰ ਮਧੂਸੂਦਨ ਸਿੰਘ ਸਨ, ਜੋ ਫਿਰ ਬਾਬਾ ਜੀ ਦੀ ਸੰਗਤ ਵਿੱਚ ਕਵੀ ਜੀ ਕਰਕੇ ਪ੍ਰਸਿੱਧ ਹੋਏ। ਇਹਨਾਂ ਦੇ ਦੂਜੇ ਭਰਾਤਾ ਸਰਦਾਰ ਅਵਤਾਰ ਸਿੰਘ ਨੇ ਆ ਰਹੀ ਪੂਰਨਮਾਸ਼ੀ ਵਾਲੇ ਦੀਵਾਨ ਉੱਤੇ ਸਰਦਾਰ ਮਧੂਸੂਦਨ ਸਿੰਘ ਨੂੰ ਆਉਣ ਲਈ ਖਬਰ ਦਿੱਤੀ ਤੇ ਇੱਕ ਦਿਲ ਖਿਚਵੀ ਕਵਿਤਾ ਬਣਾ ਕੇ ਲਿਆਉਣ ਲਈ ਵੀ ਕਿਹਾ, ਕਿਉਂਕਿ ਇਹ ਦਿੱਲੀ ਦੀ ਸੁਸਾਇਟੀ ਵਿੱਚ ਬੜੇ ਪ੍ਰਸਿੱਧ ਸੱਜਣ ਸਨ ਤੇ ਕਈ ਵਾਰੀ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਕਰਦੇ ਹੁੰਦੇ ਸਨ। ਭਾਵੇਂ ਬਾਬਾ ਜੀ ਦੇ ਦੀਵਾਨ ਵਿੱਚ ਅੱਗੇ ਕਿਸੇ ਸੱਜਣ ਨੂੰ ਕਵਿਤਾ ਪੜ੍ਹਨ ਜਾਂ ਲੈਕਚਰ ਆਦਿ ਦੇਣ ਦੀ ਖੁੱਲ੍ਹ ਨਹੀਂ ਸੀ, ਪਰ ਉਸ ਦਿਨ ਕੀਰਤਨ ਪਿੱਛੋਂ ਕਈ ਸੱਜਣਾਂ ਨੂੰ ਬੇਨਤੀ ਪਰ ਥੋੜ੍ਹੀ ਦੇਰ ਸੋਚ ਕੇ ਕਵਿਤਾ ਪੜ੍ਹਨ ਦੀ ਆਗਿਆ ਦੇ ਦਿੱਤੀ। ਪੂਰਨਮਾਸ਼ੀ ਤੋਂ ਅਗਲੇ ਦਿਨ ਹੀ ਬਾਬਾ ਜੀ ਨੇ ਆਸਣ ਚੁੱਕ ਲਿਆ, ਕਿਉਂਕਿ ਲਹਿਰੇ ਵਾਲਿਆਂ ਵੱਲੋਂ ਅੰਦਰਲੀ ਤਾਰ ਖੜਕ ਚੁੱਕੀ ਸੀ। ਲਹਿਰੇ ਪੁੱਜ ਕੇ ਆਪਣੇ ਵਿਦਿਆ ਗੁਰੂ ਵਧਾਵਾ ਸਿੰਘ ਜੀ ਦੇ ਦਰਸ਼ਨ ਕੀਤੇ। ਆਪ ਨੇ ਅਲੌਕਿਕ ਸੇਵਾ ਕੀਤੀ, ਜਿਸ ਦਾ ਵਿਸਥਾਰ ਕਿਸੇ ਉਚਿਤ ਥਾਂ ਤੇ ਦਿੱਤਾ ਜਾਵੇਗਾ। ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਕੁਝ ਸਮੇਂ ਲਈ ਬਠਿੰਡੇ ਵਾਲੀ ਡਿੱਗੀ ਨੂੰ ਭਾਗ ਲਾਇਆ, ਫਿਰ ਨਾਨਕਸਰ ਆ ਬਿਰਾਜੇ। ਮਾਰਚ ਸੰਨ 1935 ਵਿੱਚ ਇੱਧਰ ਹੀ ਸਨ, ਕਿਉਂਕਿ ਭਾਈ ਦਾਨ ਸਿੰਘ ਅਨੁਸਾਰ ਮਾਰਚ ਦੇ ਮਹੀਨੇ ਵਿੱਚ ਕੁਝ ਅਗੰਮੀ ਕਾਰਨਾਂ ਕਰਕੇ ਬਾਬਾ ਜੀ ਦਾ ਸਰੀਰ ਕੁਝ ਢਿੱਲਾ ਹੋ ਗਿਆ। ਸੋ ਸਰਬ ਰੋਗ ਕਾ ਔਖਦ ਨਾਮ ਦੇ ਮਹਾਵਾਕ ਅਨੁਸਾਰ ਪਹਿਲੀ ਵੇਰੀ ਠਾਠ ਵਿੱਚ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਪਹਿਲਾਂ ਅਖੰਡ ਪਾਠ ਕਲੇਰੀ, ਕਾਉਕੀ ਜਾਂ ਜਗਰਾਵਾਂ ਹੀ ਹੁੰਦਾ ਸੀ। ਇਸ ਪਾਠ ਦੇ ਕਰਾਉਣ ਤੋਂ ਪਹਿਲਾਂ ਪਾਠੀਆਂ ਦੀ ਕਿਵੇਂ ਪੁੱਛ ਪੜਤਾਲ ਹੋਈ, ਉਸ ਦਾ ਹਾਲ ਹੱਡ ਬੀਤੀਆਂ ਵਿੱਚ ਆਇਆ ਹੈ। ਅਪ੍ਰੈਲ ਵਿੱਚ ਵਿਸਾਖੀ ਦਾ ਪੁਰਬ ਦਮਦਮੇ ਸਾਹਿਬ ਮਨਾ ਕੇ ਮਈ ਵਿੱਚ ਇੱਥੇ ਹੀ ਰਹੇ, ਕਿਉਂਕਿ ਕੋਈਏ ਦੇ ਭੁਚਾਲ ਨਾਲ ਆਈ ਬਿਪਤਾ ਕਾਰਨ ਬਾਬਾ ਜੀ ਦੇ ਅਨੇ ਸੇਵਕ ਭਾਈ ਨੱਥਾ ਸਿੰਘ ਨੂੰ ਕੁਝ ਰਿਸ਼ਤੇਦਾਰਾਂ ਸੰਬੰਧੀ ਫਿਕਰ ਸੀ। ਉਸ ਦੀ ਤਸੱਲੀ ਕਰਾਈ ਉਪਰੰਤ ਝੰਗ ਮਗਿਆਣੇ ਵੱਲ ਪਧਾਰੇ ਤੇ ਉੱਥੇ ਬਿਡਾਣੇ ਨਾਮ ਦੇ ਜੰਗਲੀ ਟੋਟੇ ਵਿੱਚ ਕੁਟੀਆ ਪਵਾ ਕੇ ਠਹਿਰੇ। ਗਰਮੀਆਂ ਦੇ ਅਗਲੇ 2 ਮਹੀਨੇ ਕੀ ਪੱਤੋ ਕੀ ਚੂਨੀਆਂ ਦੇ ਇਲਾਕੇ ਵਿੱਚ ਬਤੀਤ ਕਰਨੇ ਮਾਲੂਮ ਹੁੰਦੇ ਹਨ। ਚੂਨੀਆਂ ਦੇ ਨੇੜੇ ਰਹਿੰਦਿਆਂ ਬਾਬਾ ਜੀ ਨੇ ਮਾਲ ਛੇੜੂਆਂ ਨੂੰ ਕਿਵੇਂ ਸੇਵਾ ਤੇ ਪਰਮਾਰਥ ਦੀ ਜਾਗ ਲਾਈ, ਬਾਬਤ ਗਜਨ ਸਿੰਘ ਵਾਲੇ ਤੇ ਭਾਈ ਮਹਿੰਦਰ ਸਿੰਘ ਨੇ ਇਉਂ ਦੱਸਿਆ। ਬਿਸ਼ਨਨਾਥ ਦੇ ਹੇਠਾਂ ਫਰਵਾਹਾਂ ਦਾ ਇੱਕ ਝੁੰਡ ਸੀ, ਜਿੱਥੇ ਮਾਲ ਡੰਗਰ ਦੁਪਹਿਰ ਵੇਲੇ ਬੈਠ ਜਾਂਦਾ। ਮਾਲ ਦੇ ਛੇੜੂ, ਜੋ 15-20 ਹੁੰਦੇ ਸਨ, ਸਾਰਾ ਦਿਨ ਸੇਵਾ ਕਰਦੇ ਰਹਿੰਦੇ। ਮਾਲ ਉੱਥੇ ਬੈਠਾ ਰਹਿੰਦਾ। ਇੱਕ ਦਿਨ ਬਾਬਾ ਜੀ ਨੇ ਸਾਰਿਆਂ ਛੇੜੂਆਂ ਨੂੰ ਬੁਲਾ ਕੇ ਤੇ ਫਰਮਾਇਆ, ਤੁਸੀਂ ਮਾਲ ਬਹਾਨਾ ਛੱਡਿਆ ਕਰੋ। 2-2 ਚੌਂ ਦੀਆਂ ਟੋਲੀਆਂ ਬਣਾ ਲਵੋ, ਪ੍ਰਸ਼ਾਦਾ ਇੱਥੇ ਹੀ ਛਕਿਆ ਕਰੋ। ਅੱਧੇ ਇੱਕ ਦਿਨ ਸੇਵਾ ਤੇ ਆ ਜਾਇਆ ਕਰੋ ਤੇ ਅੱਧੇ ਦੂਜੇ ਦਿਨ। ਸਾਡੀ ਟੋਲੀ 3 ਛੇੜੂਆਂ ਦੀ ਸੀ, ਇੱਕ ਵੱਡਾ 24 ਕੁ ਵਰ੍ਹਿਆਂ ਦਾ ਤੇ 2 ਅਸੀਂ ਛੋਟੇ 12-13 ਵਰ੍ਹਿਆਂ ਦੇ। ਭਾਈ ਬੱਗਾ ਸਿੰਘ ਰੇਲਵੇ ਕਲੀਅਰਿੰਗ ਅਕਾਊਂਟਸ ਆਫਿਸ, ਜਿਸ ਵਿੱਚ ਸਰਦਾਰ ਬਾਲਕ ਸਿੰਘ, ਮੋਹਨ ਸਿੰਘ, ਚੇਤਨ ਸਿੰਘ ਆਦਿ ਵੀ ਸਨ, ਦਾ ਚਪੜਾਸੀ ਸੀ। ਉਸਨੇ ਕਵੀ ਹੋਰਾਂ ਦੇ ਪਾਸ ਜ਼ਿਕਰ ਕੀਤਾ ਕਿ ਇੱਕ ਸੰਤ ਆਏ ਹੋਏ ਨੇ। ਉੱਥੇ ਹਰ ਸ਼ਾਮ ਨੂੰ ਬੜਾ ਸਤਸੰਗ ਹੁੰਦਾ ਹੈ। ਕਵੀ ਹੋਰੀ ਆਉਣ ਨੂੰ ਅਗਾਹਾਂ ਪਾਉਂਦੇ ਰਹੇ, ਪਰ ਇੱਕ ਦਿਨ ਟਿਚਕਰ ਦੇ ਤੌਰ ਤੇ ਉਸ ਨੂੰ ਪੁੱਛਿਆ ਕਿ ਤੇਰੇ ਵਾਕਫ ਨੇ? ਜੇ ਹੈ ਤਾਂ ਉਹਨਾਂ ਨੂੰ ਪੁੱਛੀ ਕਿ ਜੇ ਭਾਈ ਵਾਲੀ ਕਰਨੀ ਹੋਵੇ ਤਾਂ ਮੈਂ ਹਾਜ਼ਰ ਹਾਂ। ਇਹਨਾਂ ਦੇ ਬਹੁਤ ਸਾਰੇ ਮਿੱਤਰ ਸਤਸੰਗ ਵਿੱਚ ਜਾਂਦੇ ਸਨ, ਸੋ ਪਹਿਲੀ ਵੇਰੀ ਕੇਵਲ ਮੌਜ ਮੇਲਾ ਦੇਖਣ ਲਈ ਤੇ ਆਪਣੇ ਮਿੱਤਰਾਂ ਨਾਲ ਗੱਪਾਂ ਮਾਰਨ ਲਈ ਤਾਂ ਆਉਂਦੇ ਰਹੇ, ਪਰ ਕਵਿਤਾ ਪੜ੍ਹਨ ਦੇ ਅਵਸਰ ਲਈ ਜਾਚਨਾ ਕਰਨ ਦਾ ਮੌਕਾ ਮਿਲਣ ਦੀ ਤਾਂ ਕੀ ਗੱਲ ਹੋਣੀ ਸੀ। ਸਗੋਂ ਜਾ ਕੇ ਜਦ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਹੀ ਸੀ ਕਿ ਬਾਬਾ ਜੀ ਨੇ ਆਸਣ ਚੁੱਕਣ ਦਾ ਹੁਕਮ ਦੇ ਦਿੱਤਾ। ਦਿੱਲੀ ਤੋਂ ਚਾਲੇ ਪਾਉਣ ਉਪਰੰਤ ਰਾਹ ਵਿੱਚ ਬਠਿੰਡੇ ਕੁਝ ਸਮਾਂ ਦਿੱਤਾ, ਫਿਰ ਨਾਨਕਸਰ ਠਾਠ ਤੇ ਪੁੱਜੇ। ਆਪਣੇ ਅਨੰਨ ਸੇਵਕ ਜੀਵਨ ਸਿੰਘ ਤੇ ਮਹਿੰਗਾ ਸਿੰਘ ਦੀ ਬੇਨਤੀ ਤੇ ਇਸ ਸਾਲ ਕੁਝ ਸਮਾਂ ਡੇਊ ਸਿਆਲ ਦਿੱਤਾ ਤੇ ਫਿਰ ਝੰਗ ਮਗਿਆਣੇ ਵੱਲ ਪਿਆਨਾ ਕੀਤਾ। 1934-1935 ਦੀਆਂ ਸਰਦੀਆਂ ਅੱਗੇ ਵਾਂਗ ਬਾਗੀ ਹੀ ਗੁਜ਼ਾਰੀਆਂ ਤੇ ਸ਼ੁਰੂ ਫਰਵਰੀ 1935 ਵਿੱਚ ਬਾਗਾਂ ਤੇ ਹੀ ਸਿੱਧੇ ਦਿੱਲੀ ਪਧਾਰੇ। ਬਿਸਨਨਾਥ ਵੱਲ ਫੇਰੀ ਵੀ ਇਸ ਤੋਂ ਬਾਅਦ ਦੀ ਹੈ। ਐਤਕੀ ਵੀ ਖੂਨੀ ਨਾਲੇ ਵਿੱਚ ਹੀ ਆਸਣ ਜਮਾਇਆ।
ਬਾਬਾ ਜੀ ਦੇ ਪੁੱਜਣ ਤੋਂ ਹਫ਼ਤਾ ਕੁ ਪਹਿਲਾਂ ਉੱਥੇ ਦੇ ਰੁੱਖ ਸੁੱਕ ਚੁੱਕੇ ਹੋਏ ਮਾਲੂਮ ਹੁੰਦੇ ਸਨ। ਹਾਲੀ ਪਤਝੜ ਦੀ ਬਹਾਰ ਹੋਵੇਗੀ, ਪਰ ਇਹਨਾਂ ਦੇ ਪਧਾਰਨ ਤੇ ਹਰੇ ਹੋਣੇ ਸ਼ੁਰੂ ਹੋ ਗਏ। ਦਰਸ਼ਕਾਂ ਦੇ ਮਨਾਂ 'ਤੇ ਇਸ ਗੱਲ ਦਾ ਵੀ ਪ੍ਰਭਾਵ ਪਿਆ। ਇਸ ਵੇਰੀ ਬੁੱਢੀਆਂ ਦੇ ਬੈਠਣ ਲਈ ਉੱਚੀ ਥਾਂ ਨਿਯਤ ਕੀਤੀ ਗਈ। ਸਰਦਾਰ ਰਤਨ ਸਿੰਘ ਜੀ ਅਨੁਸਾਰ ਇੱਕ ਦਿਨ ਮੈਨੂੰ ਪੁੱਛਣ ਲੱਗੇ ਕਿ ਇਹਨਾਂ ਦੇ ਪੱਲੇ ਕੁਝ ਪੈਂਦਾ ਵੀ ਹੈ ਕਿ ਨਹੀਂ। ਇਹ ਪਰਖਣ ਲਈ ਮੈਨੂੰ ਕਿਹਾ ਕਿ ਦੁਪਹਿਰ ਵੇਲੇ ਹੀ ਉੱਤੇ ਚੜ੍ਹ ਕੇ ਰਹਿਰਾਸ ਪੜ੍ਹ ਕੇ ਸੁਣਾ ਕਿ ਹੇਠਾਂ ਆਵਾਜ਼ ਪਹੁੰਚਦੀ ਹੈ ਕਿ ਨਹੀਂ। ਫਿਰ ਆਪ ਹੇਠੋਂ ਗੱਲ ਕੀਤੀ, ਜੋ ਮੈਂ ਸੁਣ ਲਈ। ਇਸ 'ਤੇ ਇਹੋ ਪ੍ਰਬੰਧ ਪਸੰਦ ਕੀਤਾ ਗਿਆ। ਸ਼ਾਮ ਨੂੰ ਸਰਦਾਰ ਪ੍ਰਭ ਸਿੰਘ ਤੇ ਜਗਤ ਸਿੰਘ 2 ਠੇਕੇਦਾਰ ਆ ਪੁੱਜੇ ਤੇ ਉਹਨਾਂ ਨੇ ਸੇਵਾ ਮੰਗੀ। ਬਾਬਾ ਜੀ ਨੇ ਫਰਮਾਇਆ ਕਿ ਸੇਵਾ ਤਾਂ ਆ ਹੈ ਕਿ ਬੁੱਢੀਆਂ ਦਾ ਕੋਈ ਨਿਆਣਾ ਹੇਠਾਂ ਨਾ ਡਿੱਗ ਪਵੇ। ਜੇ ਬਣਾ ਸਕੇ ਤਾਂ ਬਾਸਾਂ ਦਾ ਇੱਕ ਜੰਗਲਾ ਉੱਤੇ ਬਣਾ ਦਿੱਤਾ ਜਾਵੇ। ਸੋ ਉਹਨਾਂ ਇਵੇਂ ਹੀ ਕਰ ਦਿੱਤਾ। ਸਰਦਾਰ ਸਰਮੁਖ ਸਿੰਘ ਠੇਕੇਦਾਰ ਨੇ ਵੀ ਸੇਵਾ ਵਿੱਚ ਭਾਗ ਲਿਆ। ਸੁਖਮਨੀ ਸਾਹਿਬ ਦੇ ਪਾਠ ਲਈ ਤੰਬੋਟੀ ਵੀ ਉੱਥੇ ਹੀ ਲਾ ਦਿੱਤੀ। ਦਰਸ਼ਕਾਂ ਵਿੱਚੋਂ ਇੱਕ ਠਾਣੇਦਾਰ ਸਿੰਘ ਕਹਿਣ ਲੱਗਾ ਕਿ ਸੰਤ ਤਾਂ ਬੜੇ ਵੱਡੇ ਨੇ, ਪਰ ਕੁਝ ਪੁੱਠੇ ਚੱਲਦੇ ਨੇ। ਇਤਨੇ ਲੋਕ ਇਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਨੇ ਕਿ ਜੇ ਥੋੜ੍ਹਾ ਦੋ ਵੀ ਮੱਥਾ ਟੇਕਣ ਤਾਂ ਸ਼ਾਮ ਨੂੰ 100 ਰੁਪਈਆ ਬਣ ਜਾਵੇ। ਫਲਾਣੇ ਗੁਰਦੁਆਰੇ ਦੀ ਕੰਧ ਟੱਠੀ ਪਈ ਹੈ, ਉਸ ਨੂੰ ਬਣਾ ਲਿਆ ਜਾਵੇ। ਪੈਸੇ ਨੂੰ ਆਪ ਬੇਸ਼ੱਕ ਹੱਥ ਨਾ ਲਾਉਣਾ, ਅਸੀਂ ਚੁੱਕ ਲਵਾਂਗੇ। ਪਰ ਬਾਬਾ ਜੀ ਨੇ ਇਹਨਾਂ ਦਲੀਲਾਂ ਨਾਲ ਕਦ ਕਾਇਲ ਹੁੰਦੇ। ਚੜ੍ਹਾਵੇ ਸੰਬੰਧੀ ਉਹਨਾਂ ਦੀ ਆਪਣੀ ਹੀ ਮਰਿਆਦਾ ਸੀ, ਜਿਸ ਦਾ ਵਰਣਨ ਦੂਜੇ ਭਾਗ ਵਿੱਚ ਕੀਤਾ ਗਿਆ ਹੈ। ਸਵੇਰੇ ਸ਼ਾਮ ਦੀਵਾਨ ਸਜਦੇ ਰਹੇ ਤੇ ਦਿੱਲੀ ਅਤੇ ਹੋਰ ਨੇੜੇ ਤੇੜੇ ਗੁੜਗਾਉਂ ਆਦਿਆਂ ਬੇਅੰਤ ਸੰਗਤਾਂ ਕੀਰਤਨ ਤੇ ਉਪਦੇਸ਼ਾਂ ਤੋਂ ਲਾਭ ਉਠਾਉਂਦੀਆਂ ਤੇ ਅਨੇਕਾਂ ਸੰਗੀ ਬਾਬਾ ਜੀ ਦੀ ਕਰਨੀ ਤੇ ਕਥਨੀ ਤੋਂ ਪ੍ਰਭਾਵਿਤ ਹੁੰਦੇ ਰਹੇ, ਜਿਨ੍ਹਾਂ ਵਿੱਚੋਂ ਕੁਝ ਦੇ ਨਾਮ ਅੱਗੇ ਆਏ ਹਨ। ਬਾਵਾ ਨਰਿੰਜਨ ਸਿੰਘ, ਸਰਦਾਰ ਜਗਦੀਸ਼ ਸਿੰਘ ਦੀਆਂ ਹੱਡਬੀਤੀਆਂ ਵੀ ਇਸ ਅਵਸਰ ਨਾਲ ਸੰਬੰਧਿਤ ਹਨ। ਪਰ ਵਿਸ਼ੇਸ਼ ਦਰਸ਼ਕ ਜੋ ਆਇਆ ਉਹ ਸੀ ਸੇਠ ਜੁਗਲ ਕਿਸ਼ੋਰ ਬਿਰਲਾ। ਗੁੜਗਾਉਂ ਤੋਂ ਵਾਪਸ ਆਉਂਦਿਆਂ ਜੰਗਲ ਵਿੱਚ ਮੰਗਲ ਹੋਇਆ ਵੇਖ ਕੇ ਸੇਠ ਜੀ ਦੀ ਧਾਰਮਿਕ ਰੁਚੀ ਟੁੰਬੀ ਗਈ। ਇਕੱਲੇ ਹੀ ਦਰਸ਼ਨ ਨੂੰ ਚਲੇ ਗਏ। ਕਿਤਨਾ ਚਿਰ ਉਡੀਕ ਵਿੱਚ ਬੈਠੇ ਰਹੇ। ਉਡੀਕ ਵਿੱਚ ਭਾਈ ਰਤਨ ਸਿੰਘ ਜੀ ਨਾਲ ਗਿਆਨ ਗੋਸ਼ ਦੀਆਂ ਗੱਲਾਂ ਚੱਲ ਪਈਆਂ। ਅੰਦਰ ਜਦ ਗਏ ਤਾਂ ਕਹਿਣ ਲੱਗੇ ਕਿ ਬਾਹਰ ਇੱਕ ਮਹਾਤਮਾ ਮਿਲੇ ਹਨ ਜੋ ਬੜੀਆਂ ਸੋਹਣੀਆਂ ਗੱਲਾਂ ਕਰਦੇ ਰਹੇ। ਬਾਬਾ ਜੀ ਨੇ ਸਰਦਾਰ ਰਤਨ ਸਿੰਘ ਨੂੰ ਬੁਲਾਇਆ ਤੇ ਮੁਸਕਰਾਉਂਦੇ ਹੋਏ ਪੁੱਛਣ ਲੱਗੇ, ਭਾਈਓ ਕਿਹੜਾ ਮਹਾਤਮਾ ਸੀ ਜਿਸ ਨਾਲ ਗੋਸ਼ ਹੁੰਦਾ ਰਿਹਾ ਹੈ। ਸੱਚੇ ਪਾਤਸ਼ਾਹ ਮੈਂ ਹੀ ਸਾਂ। ਇਹ ਉੱਤਰ ਸੁਣ ਕੇ ਬੜੇ ਹੱਸੇ। ਅੱਛਾ, ਪਰ ਤੂੰ ਕਦ ਤੋਂ ਮਹਾਤਮਾ ਬਣਿਆ ਹੈ? ਕੁਝ ਦਿਨਾਂ ਪਿੱਛੋਂ ਸੇਠ ਜੀ ਪੰਡਤ ਨਰੈਣ ਦਾਸ ਨਾਲ ਦਰਸ਼ਨ ਕਰਨ ਲਈ ਗਏ ਤਾਂ ਬਾਬਾ ਜੀ ਨੇ ਆਪਣੇ ਦਸਤੂਰ ਅਨੁਸਾਰ ਪੁੱਛਿਆ ਕਿ ਟਿਕਟ ਹੈ, ਪਰ ਸੇਠ ਜੀ ਨੇ ਇਸ ਦਾ ਮਤਲਬ ਨਾ ਸਮਝਿਆ। फिर बाबा जी ने समझाया, जैसे रेल में सफ़र करना है तो टिकट लेना ज़रूरी है, वैसे वहाँ पर लोग के लिए भी टिकट चाहिए। तो कैसे मिलता है? सेठ जी ने पूछा। हरभजन, अच्छे काम और साधु संत की सेवा करने से मिलता है। ते सेवा बताइए, कल से बंदोबस्त हो जाएगा। कल शायद आए कि ना। इतनी जल्दी इतनी दूर? पंडित जी विजो टुक के। सेठ जी कोई बात नहीं, मैं बंदोबस्त कर दूंगा। नाल ही बाबा जी ने फरमाया कि हुक्मी बंदे हाँ, बचन नहीं देंदे, जे ना ठहरे तां लंगर वापस ले जाना। खैर ਢਨਾੜ ਲਈ ਪ੍ਰਬੰਧ ਕਰਨਾ ਕਿਹੜਾ ਔਖਾ ਸੀ। ਅਗਲੇ ਦਿਨ 5000 ਪ੍ਰਾਣੀਆਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦਾ ਭੋਜਨ ਲੈ ਆਏ। ਥੋੜਾ ਜਿਹਾ ਬੇਹੰਗਮਾ ਲਈ ਰੱਖ ਬਾਬਾ ਜੀ ਨੇ ਬਾਕੀ ਸਭ ਸੰਗਤ ਤੇ ਹੋਰ ਗਰੀਬ ਗੁੱਥੇ ਨੂੰ ਵਰਤਾ ਦੇਣ ਲਈ ਕਹਿ ਦਿੱਤਾ। ਪੰਡਤ ਹੋਰਾਂ ਦੀ ਆਪਣੀ ਸ਼ਰਧਾ ਇਤਨੀ ਹੋ ਗਈ ਸੀ ਕਿ ਇਹਨਾਂ ਦੀ ਸਪੁੱਤਰੀ ਨੇ ਰੋਜ਼ ਬਹੁਤ ਸਵੇਰੇ ਉੱਠ ਆਪਣਾ ਆਪ ਚੱਕੀ ਦਾ ਸਜਰਾ ਆਟਾ ਪੀ ਕੇ ਪ੍ਰਸ਼ਾਦੇ ਤਿਆਰ ਕਰਨੇ।
ਆਪਣੇ ਘਰ ਹੀ ਮੱਝ ਰੱਖੀ ਹੋਈ ਸੀ। ਉਸਦਾ ਦੁੱਧ ਰਿੜਕ ਕੇ ਲੱਸੀ ਦੀ ਚਾਟੀ ਮੱਖਣ ਸਮੇਤ ਆਪਣੀ ਮੋਟਰ ਵਿੱਚ ਰੱਖ ਹੇਲੀ ਰੋਡ ਤੋਂ ਚੱਲ ਉਸ ਥਾਂ ਤੇ ਪੁੱਜਣਾ ਜਿੱਥੋਂ ਕਿ ਬਾਬਾ ਜੀ ਦਾ ਠਾਠ ਹਾਲੀ ਅੱਧ ਮੀਲ ਰਹਿੰਦਾ ਸੀ। ਅੱਗੇ ਮੋਟਰ ਨਹੀਂ ਜਾ ਸਕਦੀ ਸੀ, ਸੋ ਪੰਡਤ ਜੀ ਨੇ ਚਾਟੀ ਆਪ ਚੁੱਕਣੀ ਤੇ ਪ੍ਰਸ਼ਾਦੇ ਉਹਨਾਂ ਦੀ ਸਪੁੱਤਰੀ ਨੇ। ਇਵੇਂ ਦੰਪਤੀ ਨੇ 5 ਵਜੇ ਤੱਕ ਹਜ਼ੂਰੀ ਵਿੱਚ ਪੁੱਜਣਾ। ਇੰਨੀ ਦਿਨੀ ਪੰਡਤ ਜੀ ਦੀ ਤਬਦੀਲੀ ਦਿੱਲੀ ਤੋਂ ਕਰਾਚੀ ਹੋ ਗਈ। ਦਿੱਲੀ ਤੋਂ ਦਿਲ ਜਾਣ ਤੇ ਨਾ ਕਰੇ। ਚਿੱਤ ਬੜਾ ਉਦਾਸ। ਜਦ ਇਹਨਾਂ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਤਾਂ ਉਹਨਾਂ ਫਰਮਾਇਆ ਕਿ ਦਾਣੇ ਦਾਣੇ ਤੇ ਮੁਹਰ ਹੈ, ਜਾਣਾ ਹੀ ਚੰਗਾ ਰਹੇਗਾ। ਸੋ ਬਾਕੀ ਪਰਿਵਾਰ ਨੂੰ ਉੱਥੇ ਹੀ ਛੱਡ ਕਰਾਚੀ ਚਲੇ ਗਏ ਤੇ ਪਿੱਛੋਂ ਨਵੇਂ ਵਾਇਸਰਾਏ ਦੇ ਰਵੱਈਏ ਤੋਂ ਪਤਾ ਲੱਗਾ ਕਿ ਕਰਾਚੀ ਜਾਣ ਵਿੱਚ ਲਾਭ ਕਿਵੇਂ ਲੁਕਿਆ ਪਿਆ ਸੀ। ਇੱਕ ਦਿਨ ਇੱਕ ਦਰਸ਼ਕ ਨੇ ਆਪਸ 'ਚ ਗੱਲਾਂ ਕਰਦਿਆਂ ਕਿਹਾ ਕਿ ਬਾਬਾ ਜੀ ਨੂੰ 2-4 ਸਾਖੀਆਂ ਆਉਂਦੀਆਂ ਹਨ ਤੇ ਉਹ ਹੀ ਰੋਜ਼ ਸੁਣਾ ਦਿੰਦੇ ਨੇ। ਸਰਦਾਰ ਸੰਪੂਰਨ ਸਿੰਘ ਹੋਰਾਂ ਨੇ ਜਦ ਇਹ ਗੱਲਾਂ ਬਾਬਾ ਜੀ ਦੇ ਕੰਨੀ ਕੱਢੀ ਤਾਂ ਫਰਮਾਨ ਲੱਗੇ ਕਿ ਰੋਟੀ ਰੋਜ਼ ਹੀ ਖਾਈਦੀ ਹੈ ਕਿਉਂਕਿ ਉਸ ਦੀ ਲੋੜ ਹੁੰਦੀ ਹੈ। ਅਸਾਂ ਤਾਂ ਉਹ ਗੱਲਾਂ ਭੋ ਦੱਸਣੀਆਂ ਹਨ ਜਿਨ੍ਹਾਂ ਦੀ ਲੋੜ ਹੈ। ਫਿਰ ਗੱਲ ਪਰਤਾ ਕੇ ਚੰਗਾ ਜਾਂ ਤਾਂ ਇੱਥੋਂ ਚੱਲੀਏ ਜਾਂ ਭਾਈ ਸੁੱਚਾ ਸਿੰਘ ਨੂੰ ਬੁਲਾ ਲਈਏ। ਅਸੀਂ ਕਿਹਾ ਕਿ ਚਿੱਠੀ ਪਾ ਦਿੰਦੇ ਹਾਂ, ਆ ਬੇਸ਼ੱਕ ਆਵੇ ਪਰ ਲੈਕਚਰ ਨਾ ਕਰੇ। ਫਿਰ ਇੱਕ ਦਿਨ ਕੁਝ ਬਚਨ ਹੀ ਨਾ ਕੀਤਾ। ਕੁਝ ਸੰਗੀਆਂ ਦੇ ਪੁੱਛਣ ਤੇ ਅਸਾਂ ਕਿਹਾ ਕਿ ਬਾਬੇ ਕਹਿੰਦੇ ਹਨ ਕਿ ਸਾਖੀਆਂ ਹੀ ਮੁੱਕ ਗਈਆਂ ਨੇ। ਸੰਗੀ ਅਸਾਂ ਹੋਰ ਕਿਸੇ ਦੀ ਸੁਣਨੀ ਹੀ ਨਹੀਂ। ਇੰਨੇ ਚਿਰ ਨੂੰ ਰੋਣਾ ਸਿੰਘ ਵੀ ਆ ਗਿਆ। ਉਹ ਕਹਿਣ ਲੱਗਾ, ਸਾਨੂੰ ਭਾਵੇਂ ਇੱਕੋ ਹੀ ਸਾਖੀ ਰੋਜ਼ ਸੁਣਾ ਦਿਆ ਕਰਨ, ਪ੍ਰਾਪਤੀ ਵਾਲੇ ਵੀ ਬੋਲਣ ਉਵੇਂ ਹੀ ਸੋਹਣੇ ਲੱਗਦੇ ਹਨ। ਖੈਰ ਸਾਖੀਆਂ ਦੀ ਕਿਹੜੀ ਥੁੜ ਸੀ। ਜਿਵੇਂ ਕਿ ਤੀਜੇ ਭਾਗ ਦੇ ਪੜ੍ਹਨ ਤੇ ਪਾਠਕਾਂ ਨੂੰ ਪਤਾ ਲੱਗੇਗਾ ਕਿ ਇਹ ਤਾਂ ਸੰਗਤ ਦੀ ਇੱਕ ਪਰਖ ਸੀ। ਇਸ ਤਰ੍ਹਾਂ ਸਤਸੰਗ ਕਰਦਿਆਂ ਹੌਲੀ ਦੀ ਪੂਰਨਮਾਸ਼ੀ ਆ ਗਈ, ਜਿਸ ਨੂੰ ਸੰਗਤ ਨੇ ਬੜੇ ਉਤਸ਼ਾਹ ਨਾਲ ਮਨਾਇਆ। ਇਸੇ ਅਵਸਰ ਤੇ ਹੀ ਕਵੀ ਹੋਰਾਂ ਨੂੰ ਆਪਣੀ ਉਸ ਕਵਿਤਾ ਪੜ੍ਹਨ ਦਾ ਮੌਕਾ ਮਿਲਿਆ ਜਿਸ ਦਾ ਜ਼ਿਕਰ ਵੀ ਹੈ ਤੇ ਜੋ ਇੱਥੇ ਪੜ੍ਹਨੀ ਢੁੱਕਦੀ ਹੈ। ਪੂਰਨਮਾਸ਼ੀ ਤੋਂ ਦੂਜੇ ਹੋਰ ਹੀ ਸੰਗੀਆਂ ਨੂੰ ਬਿਨਾਂ ਕੋਈ ਸੂਚਨਾ ਦੇਣ ਤੇ ਬਾਬਾ ਜੀ ਨੇ ਇੱਥੋਂ ਆਸਣ ਚੁੱਕ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।